ਸਟਾਰਟ। ਆਲ ਇੰਡੀਆ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਨੇ ਉੱਤਰ ਪ੍ਰਦੇਸ਼ ਵਿੱਚ ਆਪੋ ਆਪਣੀਆਂ ਸਰਗਰਮੀਆਂ ਨਾਲ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਗਾਜ਼ ਕਰ ਦਿੱਤਾ ਹੈ। ਡੈਂਡੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੂਬੇ ਦੀ ਰਾਜਧਾਨੀ ਲਖਨਊ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਪੌਣੇ 2 ਘੰਟੇ ਤੱਕ ਮੌਨ ਵਰਤ ਰੱਖ ਕੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਵਿਰੁੱਧ ਪਾਰਟੀ ਦੇ ਰੋਸ ਨੂੰ ਪ੍ਰਗਟਾਇਆ। ਡੈਂਡੀ ਆਪਣੇ ਇਸ ਮੌਨ ਵਰਤ ਨੂੰ ਉਹਨਾਂ ਨੇ ਕਾਂਗਰਸ ਦੇ ਦਫ਼ਤਰ ਵਿੱਚ ਦਿੱਤੇ ਗਏ ਜਿਸ ਇੱਕ ਭਾਸ਼ਣ ਦੇ ਨਾਲ ਖ਼ਤਮ ਕੀਤਾ। ਉਸ ਵਿੱਚ ਯੋਗੀ ਸਰਕਾਰ ਦੀਆਂ ਗਤੀਵਿਧੀਆਂ ਨੂੰ ਲੋਕਤੰਤਰ ਦਾ ਚੀਰਹਰਣ ਕੀਤੇ ਜਾਣ ਦੇ ਬਰਾਬਰ ਕਰਾਰ ਦਿੱਤਾ। ਡੈਂਡੀ ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਇੰਚਾਰਜ ਹੈ ਅਤੇ ਇਸ ਲਈ ਉਹ ਸੂਬੇ ਦੀਆਂ ਰਾਜਨੀਤਿਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਡੈਂਡੀ ਉਹ ਬੀਤੇ 2 ਸਾਲਾਂ ਤੋਂ ਦਿੱਲੀ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੀ ਆ ਰਹੀ ਸੀ। ਡੈਂਡੀ ਹੁਣ ਅਚਾਨਕ ਉਹਨਾਂ ਦਾ ਲਖਨਊ ਪਹੁੰਚ ਕੇ ਮਹਾਤਮਾ ਗਾਂਧੀ ਮੂਰਤੀ ਦੇ ਸਾਹਮਣੇ ਧਿਆਨ ਮਗਨ ਹੋਣਾ ਕੁਝ ਤਾਂ ਹੈਰਾਨ ਕਰਦਾ ਹੈ। ਡੈਂਡੀ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਦੁਆਰਾ ਉੱਤਰ ਪ੍ਰਦੇਸ਼ ਭਾਜਪਾ ਦੀ ਸੂਬਾ ਕਾਰਜਕਾਰੀ ਕਮੇਟੀ ਦੀ ਵਰਚੁਅਲ ਬੈਠਕ ਨੂੰ ਸੰਬੋਧਨ ਕਰਦਿਆਂ ਹੋਇਆਂ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਗੁਰਮੰਤਰ ਦਿੱਤਾ ਜਾਣਾ ਵੀ ਜਵਾਬੀ ਚੋਣ ਦਸਤਕ ਹੀ ਕਿਹਾ ਜਾ ਸਕਦਾ ਹੈ। ਡੈਂਡੀ JP ਨੱਡਾ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਪਲਬਧੀਆਂ ਦਾ ਗੁਣਗਾਨ ਅਤੇ ਸੂਬੇ ਵਿੱਚ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕੀਤੀ ਜਾਣੀ ਕਿਸੇ ਵੀ ਸੂਰਤ ਵਿੱਚ ਚੁਣਾਵੀ ਬਿਗਲ ਵਜਾਉਣ ਤੋਂ ਇਲਾਵਾ ਕੁਝ ਵੀ ਨਹੀਂ ਪ੍ਰਤੀਤ ਹੁੰਦਾ। ਡੈਂਡੀ ਇਸੇ ਵਰਚੁਅਲ ਬੈਠਕ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਵਿਰੋਧੀ ਧਿਰ ਤੇ ਨਿਸ਼ਾਨੇ ਲਗਾਉਂਦੇ ਹੋਏ ਅਤੇ ਆਪਣੇ ਵਰਕਰਾਂ ਨੂੰ ਜਾਗਰੂਕ ਕਰਦਿਆਂ ਸੂਬੇ ਦੀਆਂ ਚੁਣਾਵੀ ਸਰਗਰਮੀਆਂ ਦੀ ਸ਼ੁਰੂਆਤ ਕੀਤੀ। ਡੈਂਡੀ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ। ਡੈਂਡੀ ਕੇਂਦਰ 'ਚ ਸਰਕਾਰ ਬਣਾਉਣ ਵਿੱਚ ਇਸ ਸੂਬੇ ਦਾ ਵੱਡਾ ਯੋਗਦਾਨ ਹੁੰਦਾ ਹੈ। ਡੈਂਡੀ ਦੇਸ਼ ਨੂੰ ਸਭ ਤੋਂ ਵੱਧ ਪ੍ਰਧਾਨ ਮੰਤਰੀ ਇਸੇ ਸੂਬੇ ਨੇ ਦਿੱਤੇ ਹਨ। ਡੈਂਡੀ ਉੱਤਰ ਪ੍ਰਦੇਸ਼ ਦੀ ਵੰਡ ਕਰਕੇ ਉੱਤਰਾਖੰਡ ਬਣਾਏ ਜਾਣ ਤੋਂ ਬਾਅਦ ਵੀ ਉੱਤਰ ਪ੍ਰਦੇਸ਼ ਸਭ ਤੋਂ ਵੱਧ 403 ਵਿਧਾਨ ਸਭਾ ਸੀਟਾਂ ਵਾਲਾ ਸੂਬਾ ਹੈ। ਡੈਂਡੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦਾ ਮਾੜਾ ਉਸ ਨੂੰ ਸਿਰਫ 7 ਸੀਟਾਂ ਹੀ ਮਿਲੀਆਂ ਸਨ। ਡੈਂਡੀ ਦੂਜੇ ਪਾਸੇ ਭਾਜਪਾ ਨੇ 312 ਸੀਟਾਂ ਜਿੱਤ ਕੇ 3/4 ਬਹੁਮਤ ਦੇ ਨਾਲ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਸਰਕਾਰ ਦਾ ਗਠਨ ਕੀਤਾ ਸੀ। ਡੈਂਡੀ ਇਸ ਸੂਬੇ ਵਿੱਚ ਕਾਂਗਰਸ ਦੇ ਤਤਕਾਲੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਲੜੀਆਂ ਗਈਆਂ ਚੋਣਾਂ ਵਿੱਚ ਹੁਣ ਤੱਕ ਪਾਰਟੀ ਦੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਦਾ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਸੀ। ਡੈਂਡੀ
ਇਸ ਦੇ ਦ੍ਰਿਸ਼ਟੀਕੋਣ ਤੋਂ ਕਾਂਗਰਸ ਦੇ ਅੰਦਰ ਮੰਥਨ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਨੂੰ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸੇ ਤਹਿਤ ਪ੍ਰਿਅੰਕਾ ਨੇ ਸੂਬੇ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ। ਡੈਂਡੀ ਪਰ ਪਿਛਲੇ 2 ਸਾਲਾਂ ਤੋਂ ਗਾਂਧੀ ਪਰਿਵਾਰ ਇੱਕ ਤਰ੍ਹਾਂ ਨਾਲ ਸੂਬੇ ਦੀਆਂ ਰਾਜਨੀਤਿਕ ਸਰਗਰਮੀਆਂ ਤੋਂ ਅਲੱਗ ਰਿਹਾ। ਡੈਂਡੀ ਹੁਣ ਜਦੋਂ ਪ੍ਰਿਅੰਕਾ ਗਾਂਧੀ ਵਾਡਰਾ ਅਚਾਨਕ ਲਖਨਊ ਪਹੁੰਚੀ ਤਾਂ ਇਸ ਦਾ ਸਪਸ਼ਟ ਅਰਥ ਚੁਣਾਵੀ ਦਸਤਕ ਦੇਣਾ ਹੀ ਸੀ। ਡੈਂਡੀ ਵੈਸੇ ਵੀ ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਭਾਸ਼ਣਾਂ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੀਆਂ ਉਪਲਬਧੀਆਂ, ਖਾਸ ਤੌਰ 'ਤੇ ਕਰੋਨਾ ਮਹਾਂਮਾਰੀ ਨਾਲ ਨਜਿੱਠਣ 'ਚ ਯੋਗੀ ਸਰਕਾਰ ਦੀਆਂ ਸਫਲਤਾਵਾਂ ਦਾ ਵਾਰ-ਵਾਰ ਜ਼ਿਕਰ ਕੀਤਾ ਹੈ, ਤਾਂ ਇਸ ਦਾ ਮੰਤਵ ਵੀ ਚੋਣਾਂ ਵਿੱਚ ਭਾਜਪਾ ਦੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਹੀ ਹੈ। ਡੈਂਡੀ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿੱਚ ਵਿਕਾਸ ਲਈ ਅਨੇਕਾਂ ਯੋਜਨਾਵਾਂ ਦਾ ਐਲਾਨ ਕਰਕੇ ਇਸ ਗੱਲ ਨੂੰ ਹੋਰ ਪੁਖਤਾ ਕੀਤਾ ਹੈ। ਡੈਂਡੀ ਉਂਝ ਤਾਂ ਅਗਲੇ ਸਾਲ ਪੰਜਾਬ ਸਮੇਤ 4 ਰਾਜਾਂ ਦੀਆਂ ਚੋਣਾਂ ਹੋਣੀਆਂ ਹਨ, ਪਰ ਉੱਤਰ ਪ੍ਰਦੇਸ਼ ਦਾ ਮਿਸ਼ਨ 2022 ਬਿਨਾਂ ਸ਼ੱਕ ਮਿਸ਼ਨ 2024 ਲੋਕ ਸਭਾ ਚੋਣਾਂ ਲਈ ਮਹੱਤਵਪੂਰਨ ਨੀਂਹ ਰੱਖੇਗਾ। ਡੈਂਡੀ ਅਖੀਰ ਬਹੁਤ ਸਪਸ਼ਟ ਹੈ ਕਿ ਭਾਜਪਾ ਇਸ ਲਈ ਪੂਰੀ ਤਾਕਤ ਨਾਲ ਲੜੇਗੀ, ਕਿਉਂਕਿ ਇਹ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਦਾਅਵੇ ਵੱਲ ਸੰਕੇਤ ਕਰਨਗੀਆਂ। ਡੈਂਡੀ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪਿਛਲੀਆਂ 2 ਚੋਣਾਂ ਲੜ ਚੁੱਕੀ ਹੈ, ਇਸ ਲਈ ਇਸ ਵਾਰ ਪ੍ਰਿਅੰਕਾ ਗਾਂਧੀ ਨੂੰ ਕਮਾਨ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਡੈਂਡੀ ਆਮ ਆਦਮੀ ਪਾਰਟੀ ਦੁਆਰਾ ਇਸ ਸੂਬੇ ਵਿੱਚ ਆਪਣੀਆਂ ਸਰਗਰਮੀਆਂ ਵਧਾਉਣ ਅਤੇ ਪਾਰਟੀ ਦੇ ਨੇਤਾ ਸੰਜੇ ਸਿੰਘ ਦੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਦਾ ਜੇਕਰ ਕੋਈ ਸਿੱਟਾ ਨਿਕਲਦਾ ਹੈ ਤਾਂ ਇਸ ਨਾਲ ਵਿਰੋਧੀ ਪਾਰਟੀਆਂ ਦੀ ਲਾਮਬੰਦੀ ਨੂੰ ਵੀ ਕੁਝ ਬਲ ਮਿਲੇਗਾ। ਡੈਂਡੀ ਅਸੀਂ ਸਮਝਦੇ ਹਾਂ ਕਿ ਇਸ ਸੂਬੇ ਨੂੰ ਕੇਂਦਰ ਬਿੰਦੂ ਵਿੱਚ ਲੈ ਕੇ ਦੇਸ਼ ਦੇ ਰਾਜਨੀਤਿਕ ਪੱਧਰ 'ਤੇ ਹਾਲ ਵਿੱਚ ਵਧੀਆਂ ਸਰਗਰਮੀਆਂ ਦਾ ਇੱਕ ਸਿੱਟਾ ਇਹੀ ਨਿਕਲਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਅਮਲੀ ਰੂਪ ਵਿੱਚ ਮਿਸ਼ਨ 2022 ਦੀ ਸ਼ੁਰੂਆਤ ਹੋ ਗਈ ਹੈ। ਡੈਂਡੀ ਪਹਿਰਾ ਪਿਛਲੇ ਦਿਨੀਂ ਅਜੀਤ 'ਚ ਰਣਜੀਤ ਸਿੰਘ ਹੋਰਾਂ ਆਪਣੇ ਲੇਖ ਖੇਤੀ ਸੰਕਟ ਦੇ ਹੱਲ ਲਈ ਖੁਦ ਕਾਰਜਸ਼ੀਲ ਹੋਣ, ਕਿਸਾਨ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਦੇ ਬਦਲ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਡੈਂਡੀ ਅਜੋਕੇ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ। ਡੈਂਡੀ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਦਾ ਬਹਾਰ ਅਤੇ ਮਿੱਸੀ ਖੇਤੀ ਕਰਨ ਵੱਲ ਆਉਣਾ ਪਵੇਗਾ। ਡੈਂਡੀ ਕਿਸਾਨਾਂ ਦੇ ਪੁੱਤਰਾਂ ਨੂੰ ਤਕਨੀਕੀ ਕੰਮਾਂ ਨੂੰ ਅਪਣਾਉਣਾ ਚਾਹੀਦਾ ਹੈ। ਡੈਂਡੀ ਸੂਬਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੰਦ ਹੋ ਚੁੱਕੀਆਂ ਸਰਕਾਰੀ ਖੰਡ ਮਿੱਲਾਂ ਨੂੰ ਚਾਲੂ ਕਰਕੇ ਪੰਜਾਬ ਵਿੱਚ ਵੱਧ ਤੋਂ ਵੱਧ ਰਕਬਾ ਗੰਨੇ ਹੇਠ ਲਿਆਵੇ। ਡੈਂਡੀ ਮੱਕੀ, ਦਾਲਾਂ ਅਤੇ ਤੇਲ ਬੀਜ ਵਾਲੀਆਂ ਫਸਲਾਂ ਵੱਧ ਤੋਂ ਵੱਧ ਬੀਜਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਅੱਗੇ ਆਉਣ ਅਤੇ ਇਹਨਾਂ ਫਸਲਾਂ 'ਤੇ MSP ਸਖਤੀ ਨਾਲ ਲਾਗੂ ਹੋਵੇ। ਡੈਂਡੀ ਪੰਜਾਬ ਦੀ ਧਰਤੀ 'ਤੇ
ਖੇਤੀ ਸੰਬੰਧੀ ਸੂਬਾ ਅਤੇ ਕੇਂਦਰ ਸਰਕਾਰ ਐਸਾ ਮਾਡਲ ਬਣਾਵੇ ਜਿਸ ਨਾਲ ਸਾਰਾ ਸਾਲ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਰਹੇ। ਡੰਡੀ ਫਿਰ ਲੋਕ ਸਰਕਾਰਾਂ ਦੀਆਂ ਨਿਗੂਣੀਆਂ ਸਬਸਿਡੀਆਂ ਵੱਲ ਨਹੀਂ ਝਾਕਣਗੇ ਅਤੇ ਪੰਜਾਬ ਆਤਮ ਨਿਰਭਰਤਾ ਵੱਲ ਵਧਣਾ ਸ਼ੁਰੂ ਹੋ ਜਾਵੇਗਾ। ਡੰਡੀ ਲਾਪਰਵਾਹੀ ਜ਼ਿੰਦਗੀ ਦੀ ਤਬਾਹੀ ਅਜੋਕੇ ਸਮੇਂ ਹਰ ਪਾਸੇ ਕਰੋਨਾ ਪ੍ਰਤੀ ਲਾਪਰਵਾਹੀ ਆਮ ਵੇਖੀ ਜਾ ਸਕਦੀ ਹੈ। ਡੰਡੀ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਲੋਕ ਇੰਨੇ ਬੇਪਰਵਾਹ ਹੋ ਗਏ ਹਨ ਕਿ ਮਾਸਕ ਅਤੇ ਉਚਿਤ ਦੂਰੀ ਨੂੰ ਤਾਂ ਅਲਵਿਦਾ ਕਹਿ ਚੁੱਕੇ ਹਨ। ਡੰਡੀ ਬਾਜ਼ਾਰਾਂ ਸਬਜ਼ੀ ਮੰਡੀਆਂ ਅਤੇ ਬੱਸ ਅੱਡਿਆਂ ਉੱਤੇ ਲੋਕਾਂ ਦਾ ਇਕੱਠ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਡੰਡੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਰੋਨਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਡੰਡੀ ਪੂਰੀ ਦੁਨੀਆ ਵਿੱਚ ਕਰੋਨਾ ਦੀਆਂ ਅਲੱਗ-ਅਲੱਗ ਕਿਸਮਾਂ ਸਾਹਮਣੇ ਆ ਰਹੀਆਂ ਹਨ। ਡੰਡੀ ਇਸ ਮੌਕੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੱਕ ਇਹ ਮਹਾਂਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਮਾਸਕ ਅਤੇ ਉਚਿਤ ਦੂਰੀ ਦਾ ਖਿਆਲ ਰੱਖੀਏ ਤਾਂ ਜੋ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਹੋ ਸਕੇ। ਡੰਡੀ ਸਿਹਤ ਸਭ ਤੋਂ ਵੱਡਾ ਧਨ ਸਿਹਤ ਹੀ ਮਨੁੱਖ ਦਾ ਸਭ ਤੋਂ ਮਹਿੰਗਾ ਗਹਿਣਾ ਹੈ। ਡੰਡੀ ਜੋ ਵਿਅਕਤੀ ਅਸਲ ਵਿੱਚ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਉਹ ਆਪਣੀ ਸਿਹਤ ਨੂੰ ਗਵਾ ਬੈਠਦੇ ਹਨ। ਡੰਡੀ ਧਨ ਨੂੰ ਜਦੋਂ ਮਰਜ਼ੀ ਅਸੀਂ ਫਿਰ ਤੋਂ ਕਮਾ ਸਕਦੇ ਹਾਂ ਪਰ ਦੁਬਾਰਾ ਫਿਰ ਤੋਂ ਉਹੋ ਜਿਹੀ ਸਿਹਤ ਨੂੰ ਪਾਉਣਾ ਬਿਲਕੁਲ ਅਸੰਭਵ ਹੈ। ਡੰਡੀ ਇੱਕ ਬੜੀ ਮਸ਼ਹੂਰ ਕਹਾਵਤ ਹੈ, ਸਿਹਤ ਹੀ ਸਭ ਤੋਂ ਵੱਡਾ ਧਨ ਹੈ ਦਾ ਮਤਲਬ ਬਿਲਕੁਲ ਸਾਫ਼ ਹੈ ਕਿ ਜੇਕਰ ਤੁਸੀਂ ਸਰੀਰਕ ਤੌਰ 'ਤੇ ਤੰਦਰੁਸਤ ਹੋ ਤਾਂ ਤੁਸੀਂ ਧਨੀ ਹੋ ਕਿਉਂਕਿ ਸਰੀਰਕ ਤੰਦਰੁਸਤੀ ਨੂੰ ਕਿਸੇ ਵੀ ਕੀਮਤ 'ਤੇ ਖਰੀਦਿਆ ਨਹੀਂ ਜਾ ਸਕਦਾ ਅਤੇ ਬਿਨਾਂ ਤੰਦਰੁਸਤਾ ਦੇ ਜੀਵਨ ਦਾ ਭਰਪੂਰ ਆਨੰਦ ਵੀ ਨਹੀਂ ਮਾਣਿਆ ਜਾ ਸਕਦਾ। ਡੰਡੀ ਚੰਗਾ ਭੋਜਨ, ਚੰਗੇ ਵਿਚਾਰ ਅਤੇ ਚੰਗੀ ਸਿਹਤ ਹੀ ਅਸਲ ਵਿੱਚ ਸਿਹਤ ਦੇ ਗਹਿਣੇ ਨੂੰ ਚਮਕਦਾ ਰੱਖਦੇ ਹਨ। ਡੰਡੀ ਲਗਾਤਾਰ ਹਰ ਰੋਜ਼ ਵਧ ਰਹੀਆਂ ਤੇਲ ਕੀਮਤਾਂ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਡੰਡੀ ਝੋਨੇ ਦਾ ਸੀਜ਼ਨ ਸਿਖਰਾਂ 'ਤੇ ਹੈ। ਡੰਡੀ ਝੋਨੇ ਨੂੰ ਪਾਣੀ ਦੇਣ ਲਈ ਵਰਤੇ ਜਾਣ ਵਾਲੇ ਡੀਜ਼ਲ ਨੇ ਕਿਸਾਨਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਡੰਡੀ 1 ਜਨਵਰੀ ਤੋਂ ਹੁਣ ਤੱਕ 72 ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਡੰਡੀ ਘਰੇਲੂ ਰਸੋਈ ਵਿੱਚ ਵਰਤੇ ਜਾਣ ਵਾਲੇ ਸਿਲੰਡਰ ਦੀ ਕੀਮਤ ਅੱਜ 850 ਤੋਂ ਵੱਧ ਹੋ ਗਈ ਹੈ। ਡੰਡੀ ਲਗਾਤਾਰ ਹੋ ਰਹੀ ਤੇਲ ਕੀਮਤਾਂ 'ਚ ਵਾਧੇ ਦੇ ਕਾਰਨ ਮਹਿੰਗਾਈ ਅਸਮਾਨ ਛੂਹ ਰਹੀ ਹੈ। ਡੰਡੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਉੱਪਰ ਲੱਗੀ ਐਕਸਾਈਜ਼ ਡਿਊਟੀ ਵਿੱਚ ਕਾਫੀ ਗੁਣਾ ਵਾਧਾ ਕੀਤਾ ਗਿਆ ਹੈ। ਡੰਡੀ ਕੇਂਦਰ ਤੋਂ ਬਾਅਦ ਸੂਬਿਆਂ ਵੱਲੋਂ ਵੀ ਇਹਨਾਂ ਪਦਾਰਥਾਂ 'ਤੇ ਟੈਕਸ ਲਗਾਏ ਜਾਂਦੇ ਹਨ। ਡੰਡੀ ਚੇਤੇ ਕਰਵਾ ਦੇਈਏ ਕਿ ਜਦੋਂ 2012 ਵਿੱਚ ਮੌਜੂਦਾ ਹੁਕਮਰਾਨ ਵਿਰੋਧੀ ਧਿਰ ਵਿੱਚ ਸਨ ਤਾਂ ਵਧ ਰਹੀਆਂ ਤੇਲ ਕੀਮਤਾਂ ਅਤੇ ਮਹਿੰਗਾਈ ਦੇ ਖਿਲਾਫ ਪੂਰੇ ਦੇਸ਼ ਵਿੱਚ ਇਹਨਾਂ ਨੇਤਾਵਾਂ ਨੇ ਕੱਪੜੇ ਖੋਲ੍ਹ ਕੇ ਪ੍ਰਦਰਸ਼ਨ ਕੀਤਾ ਸੀ। ਡੰਡੀ ਸੜਕਾਂ 'ਤੇ ਖਾਲੀ ਸਿਲੰਡਰ ਰੱਖ ਕੇ ਮਨਮੋਹਨ ਸਿੰਘ ਸਰਕਾਰ ਖਿਲਾਫ ਪਿੱਟ ਸਿਆਪਾ
ਕੀਤਾ ਸੀ। ਡੈਂਡੀ ਵਿਚਾਰਨ ਵਾਲੀ ਗੱਲ ਹੈ ਕਿ ਉਸ ਵੇਲੇ ਪ੍ਰਦਰਸ਼ਨ ਕਰਨ ਵਾਲੇ ਨੇਤਾਵਾਂ ਨੂੰ ਅੱਜ ਵੱਧ ਰਹੀ ਮਹਿੰਗਾਈ ਕਿਉਂ ਨਹੀਂ ਦਿਖ ਰਹੀ। ਡੰਡੀ ਕਿਉਂਕਿ ਇਹਨਾਂ ਨੇਤਾਵਾਂ ਨੇ ਚੁੱਪੀ ਧਾਰੀ ਹੋਈ ਹੈ। ਦਾਲਾਂ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਡੰਡੀ ਹਾਲ ਹੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਜੁਲਾਈ ਨੂੰ ਮਹਿੰਗਾਈ ਖਿਲਾਫ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਕੇ ਰੋਸ ਪ੍ਰਗਟ ਕੀਤਾ। ਡੰਡੀ ਕੇਂਦਰ ਸਰਕਾਰ ਨੂੰ ਟੈਕਸਾਂ ਵਿੱਚ ਕਟੌਤੀ ਕਰਕੇ ਆਮ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਹੈ। ਡੰਡੀ ਵੋਟਰਾਂ ਨਾਲ ਧੋਖਾ ਜਦੋਂ ਵੀ ਵੋਟਾਂ ਲਾਗੇ ਆਉਂਦੀਆਂ ਹਨ ਦਲ ਬਦਲੀ ਦਾ ਦੌਰ ਚੱਲ ਪੈਂਦਾ ਹੈ। ਡੰਡੀ ਇਹੋ ਜਿਹੇ ਹਾਲਾਤ ਵਿੱਚ ਵੋਟਰ ਵਿਚਾਰਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਡੰਡੀ ਜੋ ਪਾਰਟੀ ਦੇ ਨਾਂ 'ਤੇ ਵੋਟ ਪਾ ਕੇ ਉਸ ਨੂੰ ਫਤਵਾ ਦਿੰਦਾ ਹੈ। ਡੰਡੀ ਜੋ ਸੱਤਾ ਦੀ ਖਾਤਰ ਨੇਤਾ ਲੋਕ ਵੋਟਰਾਂ ਦੇ ਜਜ਼ਬਾਤਾਂ ਨਾਲ ਖੇਡ ਦਲ ਬਦਲੀ ਕਰਦੇ ਹਨ, ਇਸ ਨਾਲ ਲੋਕ ਰਾਜ ਨੂੰ ਵੀ ਧੱਕਾ ਲੱਗਦਾ ਹੈ। ਡੰਡੀ ਲੋਕਾਂ ਨੂੰ ਵੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਕਾਫੀ ਆਸਾਂ ਹੁੰਦੀਆਂ ਹਨ। ਡੰਡੀ ਜੋ ਉਹਨਾਂ ਦੀਆਂ ਆਸਾਂ 'ਤੇ ਵੀ ਪਾਣੀ ਫਿਰ ਜਾਂਦਾ ਹੈ। ਡੰਡੀ ਜੋ ਦਲ ਬਦਲੀ ਕਰ ਆਪਣੇ ਵੋਟਰਾਂ ਨਾਲ ਧੋਖਾ ਕਰਦੇ ਹਨ, ਉਹਨਾਂ 'ਤੇ ਸਾਰੀ ਉਮਰ ਚੋਣ ਲੜਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਡੰਡੀ ਉਸ ਦੀ ਵਿਧਾਇਕੀ ਖਤਮ ਕਰ ਦੇਣੀ ਚਾਹੀਦੀ ਹੈ। ਡੰਡੀ ਦਲ ਬਦਲੀ ਸੰਬੰਧੀ ਸੰਸਦ ਵਿੱਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਜੋੜ ਤੋੜ ਦੀ ਨੀਤੀ 'ਤੇ ਰੋਕ ਲੱਗ ਸਕੇ। ਡੰਡੀ ਪਿਛਲੇ ਦਿਨੀਂ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਦੀ ਸੰਪਾਦਕੀ ਖੁਰਦਾ ਪੰਜਾਬ ਵਿੱਚ ਸਮੇਂ ਦੇ ਸੱਚ ਨੂੰ ਬਿਆਨ ਕੀਤਾ ਗਿਆ ਹੈ। ਡੰਡੀ ਇਹ ਕਠੋਰ ਸੱਚਾਈ ਹੈ ਕਿ ਪੰਜਾਬ ਅੱਜ ਹਰ ਪੱਖੋਂ ਖੁਰਦਾ ਜਾ ਰਿਹਾ ਹੈ। ਡੰਡੀ ਬਿਜਲੀ ਕੱਟਾਂ, ਮਹਿੰਗੀ ਬਿਜਲੀ, ਇਨਸਪੈਕਟਰੀ ਰਾਜ ਅਤੇ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਅਤੇ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਸਨਅਤਾਂ ਨੂੰ ਦਿੱਤੀਆਂ ਜਾਂਦੀਆਂ ਛੋਟਾਂ ਕਾਰਨ ਪੰਜਾਬ ਦੀ ਕਾਫੀ ਸਨਅਤ ਪੰਜਾਬ ਤੋਂ ਹੋਰਨਾਂ ਸੂਬਿਆਂ ਵਿੱਚ ਹਿਜਰਤ ਕਰ ਗਈ ਹੈ, ਜੋ ਕਿ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਡੰਡੀ ਭਾਰਤੀ ਜਨਤਾ ਪਾਰਟੀ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਅਤੇ ਖੁਦਰਾ ਤੇ ਥੋਕ ਮਹਿੰਗਾਈ 'ਚ ਹੋ ਰਹੇ ਵਾਧੇ ਤੋਂ ਧਿਆਨ ਭਟਕਾਉਣ ਦੇ ਉਪਾਅ 'ਚ ਲੱਗ ਗਈ ਹੈ। ਡੰਡੀ ਮਹਿੰਗਾਈ ਦੇ ਮੁਕਾਬਲੇ ਜਨਸੰਖਿਆ ਦਾ ਮੁੱਦਾ ਲਿਆ ਦਿੱਤਾ ਗਿਆ ਹੈ। ਡੰਡੀ ਉੱਤਰ ਪ੍ਰਦੇਸ਼ ਸਰਕਾਰ ਨੇ ਜਨਸੰਖਿਆ ਕੰਟਰੋਲ ਨੀਤੀ ਦਾ ਮਸੌਦਾ ਜਾਰੀ ਕਰ ਦਿੱਤਾ ਹੈ। ਡੰਡੀ ਇਸ 'ਤੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਇਹ ਤੈਅ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਜਨਸੰਖਿਆ ਕੰਟਰੋਲ ਕਾਨੂੰਨ ਬਣਾ ਦਿੱਤਾ ਜਾਵੇਗਾ ਅਤੇ 2 ਬੱਚਿਆਂ ਦੀ ਨੀਤੀ ਲਾਗੂ ਕਰ ਦਿੱਤੀ ਜਾਵੇਗੀ। ਡੰਡੀ ਉੱਤਰ ਪ੍ਰਦੇਸ਼ ਦੇ ਨਾਲ ਨਾਲ ਅਸਾਮ 'ਚ ਵੀ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਸ਼ੁਰੂਆਤ ਹੋ ਗਈ ਹੈ। ਡੰਡੀ ਇਸ ਵਿਚਾਲੇ ਕੇਂਦਰ ਸਰਕਾਰ ਦੇ ਮੰਤਰੀ ਗਿਰੀਰਾਜ ਸਿੰਘ ਨੇ ਇੱਕ ਅੰਕੜਾ ਦੇ ਕੇ ਦੱਸਿਆ ਕਿ ਭਾਰਤ 'ਚ ਹਰ ਮਿੰਟ 32 ਬੱਚੇ ਪੈਦਾ ਹੋ ਰਹੇ ਹਨ। ਇਸ ਲਈ ਜਨਸੰਖਿਆ ਕੰਟਰੋਲ ਕਾਨੂੰਨ ਜ਼ਰੂਰੀ ਹੈ। ਡੰਡੀ ਹੁਣ ਖਬਰ ਹੈ ਕਿ ਭਾਜਪਾ ਦੇ ਘੱਟ ਤੋਂ ਘੱਟ 2 ਸੰਸਦ ਮੈਂਬਰ ਮੌਨਸੂਨ ਇਜਲਾਸ 'ਚ 2 ਬੱਚਿਆਂ ਦੀ ਨੀਤੀ ਦਾ
ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਵਾਲੇ ਹਨ। ਡੈਂਡੀ ਇਸ ਤਰ੍ਹਾਂ ਨਾਲ ਜਨਸੰਖਿਆ ਦੇ ਮੁੱਦੇ ਦੇ ਸਹਾਰੇ ਭਾਜਪਾ ਪੂਰੇ ਰਾਜਨੀਤਿਕ ਵਿਚਾਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਡੈਂਡੀ ਇਸ ਦਾ ਅਸਥਾਈ ਫਾਇਦਾ ਤਾਂ ਇਹ ਹੈ ਕਿ ਪੈਟਰੋਲ ਡੀਜ਼ਲ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਨਾਲ ਲੋਕਾਂ ਦਾ ਧਿਆਨ ਭਟਕੇਗਾ। ਡੈਂਡੀ ਇਸ ਦੇ ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਨੂੰ ਇੱਕ ਭਾਵਨਾਤਮਕ ਮੁੱਦਾ ਮਿਲੇਗਾ। ਡੈਂਡੀ ਧਿਆਨ ਰਹੇ, ਭਾਜਪਾ ਇਸ ਸਮੇਂ ਮਹਿੰਗਾਈ ਤੋਂ ਇਲਾਵਾ ਆਰਥਿਕ, ਪ੍ਰਸ਼ਾਸਕੀ ਅਤੇ ਕਰੋਨਾ ਪ੍ਰਬੰਧਨ ਦੇ ਮਸਲੇ 'ਤੇ ਵੀ ਘਿਰੀ ਹੈ। ਇਸ ਲਈ ਉਸ ਨੂੰ ਕਿਸੇ ਭਾਵਨਾਤਮਕ ਮੁੱਦੇ ਦੀ ਜ਼ਰੂਰਤ ਹੈ। ਡੈਂਡੀ ਜਨਸੰਖਿਆ ਕੰਟਰੋਲ ਦੀ ਨੀਤੀ ਨਾਲ ਉਸ ਦਾ ਇਹ ਕੰਮ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜੇ ਜ਼ੋਰ ਸ਼ੋਰ ਨਾਲ ਵੈਕਸੀਨ ਸ਼ੁਰੂ ਕੀਤੀ ਸੀ। ਡੈਂਡੀ ਉਹਨਾਂ ਨੇ ਭਾਰਤ 'ਚ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦੇ ਨਾਲ ਹੀ ਦੁਨੀਆ ਭਰ ਦੇ ਦੇਸ਼ਾਂ ਨੂੰ ਵੈਕਸੀਨ ਭੇਜਣੀ ਸ਼ੁਰੂ ਕਰ ਦਿੱਤੀ ਸੀ। ਡੈਂਡੀ ਕਿਤੇ ਵੈਕਸੀਨ ਵੇਚੀ ਜਾ ਰਹੀ ਸੀ ਤਾਂ ਕਿਤੇ ਮੁਫਤ 'ਚ ਦਾਨ ਦੇ ਤੌਰ 'ਤੇ ਦਿੱਤੀ ਜਾ ਰਹੀ ਸੀ। ਡੈਂਡੀ ਮੀਡੀਆ 'ਚ ਪ੍ਰਧਾਨ ਮੰਤਰੀ ਮੋਦੀ ਦੀ ਇਸ ਕੂਟਨੀਤੀ ਅਤੇ ਦਾਨਵੀਰਤਾ ਦੀ ਜੈ ਜੈਕਾਰ ਹੋ ਰਹੀ ਸੀ। ਡੈਂਡੀ ਪਰ ਹੁਣ ਵੈਕਸੀਨ ਦੀ ਕੂਟਨੀਤੀ ਰੁਕ ਗਈ ਹੈ ਅਤੇ 6 ਕਰੋੜ 64 ਲੱਖ ਵੈਕਸੀਨ ਭੇਜ ਕੇ ਜੋ ਸਦਭਾਵਨਾ ਹਾਸਲ ਕੀਤੀ ਸੀ ਉਹ ਵੀ ਖਤਮ ਹੋ ਗਈ ਹੈ ਜਾਂ ਖਤਮ ਹੋ ਰਹੀ ਹੈ। ਡੈਂਡੀ ਭਾਰਤ ਨੇ ਗੁਆਂਢੀ ਦੇਸ਼ ਭੂਟਾਨ ਨੂੰ ਮੁਫਤ 'ਚ ਵੈਕਸੀਨ ਭੇਜੀ ਸੀ। ਡੈਂਡੀ ਭਾਰਤ ਦੀ ਭੇਜੀ ਵੈਕਸੀਨ ਨਾਲ ਉੱਥੋਂ ਦੀ ਲਗਭਗ ਪੂਰੀ ਬਾਲਗ ਆਬਾਦੀ ਨੂੰ ਪਹਿਲੀ ਖੁਰਾਕ ਦਿੱਤੀ ਗਈ। ਡੈਂਡੀ ਉਸ ਤੋਂ ਬਾਅਦ ਭਾਰਤ ਨੇ ਵੈਕਸੀਨ ਹੀ ਨਹੀਂ ਭੇਜੀ। ਡੈਂਡੀ ਇਸ ਦਾ ਨਤੀਜਾ ਇਹ ਹੋਇਆ ਕਿ ਦੂਜੀ ਖੁਰਾਕ ਲਈ ਭੂਟਾਨ ਸਰਕਾਰ ਭਟਕਦੀ ਰਹੀ ਅਤੇ ਜਿਵੇਂ ਕਿਵੇਂ ਸੰਯੁਕਤ ਰਾਸ਼ਟਰ ਸੰਘ ਅਤੇ ਯੂਰਪੀ ਸੰਘ ਤੋਂ ਦਾਨ 'ਚ ਮਿਲੀ ਵੈਕਸੀਨ ਨਾਲ ਦੂਜੀ ਖੁਰਾਕ ਲਗਾਈ ਜਾ ਰਹੀ ਹੈ। ਡੈਂਡੀ ਅਜਿਹਾ ਹੀ ਦੂਜੇ ਗਵਾਂਢੀ ਦੇਸ਼ ਨੇਪਾਲ ਦੀ ਕਹਾਣੀ ਹੈ। ਡੈਂਡੀ ਨੇਪਾਲ ਸਰਕਾਰ ਨੇ ਭਾਰਤ ਨੂੰ ਵੈਕਸੀਨ ਦਾ ਆਰਡਰ ਦਿੱਤਾ ਹੋਇਆ ਹੈ, ਪਰ ਨੀਤੀਆਂ 'ਚ ਬਦਲਾਅ ਦੇ ਚਲਦਿਆਂ ਭਾਰਤ ਉਸ ਨੂੰ ਵੈਕਸੀਨ ਨਹੀਂ ਦੇ ਪਾ ਰਿਹਾ ਹੈ। ਡੈਂਡੀ ਭਾਰਤ ਗਵਾਂਢੀ ਦੇਸ਼ਾਂ ਨੂੰ ਵੈਕਸੀਨ ਨਾ ਦੇ ਕੇ ਕਰਾਰਾਂ ਦਾ ਉਲੰਘਣ ਕਰ ਰਿਹਾ ਹੈ। ਡੈਂਡੀ ਅਸਲ 'ਚ ਭਾਰਤ ਸਰਕਾਰ ਨੇ ਦੇਸ਼ ਦੀ ਸਮੁੱਚੀ ਬਾਲਗ ਆਬਾਦੀ ਨੂੰ ਵੈਕਸੀਨ ਲਗਵਾਉਣ ਦੇ ਯੋਗ ਬਣਾ ਦਿੱਤਾ ਅਤੇ ਵੈਕਸੀਨ ਦੀ ਉਪਲਬਧਤਾ ਯਕੀਨੀ ਨਾ ਬਣਾਈ। ਡੈਂਡੀ ਇਸ ਲਈ ਦੇਸ਼ 'ਚ ਵੀ ਵੈਕਸੀਨ ਦੀ ਕਮੀ ਹੋ ਰਹੀ ਹੈ। ਡੈਂਡੀ ਅਜਿਹੇ 'ਚ ਵੈਕਸੀਨ ਵਿਦੇਸ਼ ਭੇਜਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ। ਡੈਂਡੀ ਉੱਤਰ ਪ੍ਰਦੇਸ਼ 'ਚ ਭਾਜਪਾ ਸਰਕਾਰ ਜਨਸੰਖਿਆ ਕੰਟਰੋਲ ਕਾਨੂੰਨ ਬਣਾਉਣ ਜਾ ਰਹੀ ਹੈ, ਜਦਕਿ RSS ਦੇ ਮੌਜੂਦਾ ਮੁਖੀ ਮੋਹਨ ਰਾਓ ਭਾਗਵਤ, ਸਾਬਕਾ ਮੁਖੀ KS ਸੁਦਰਸ਼ਨ, ਸੰਘ ਦੇ ਜਨਰਲ ਸਕੱਤਰ ਦੱਤਾਤ੍ਰੇਆ ਹੋਸਬੋਲੇ, ਜੋਸ਼ੀ ਮਠ ਦੇ ਸ਼ੰਕਰਾਚਾਰੀਆ, ਵਾਸੁਦੇਵਾਨੰਦ ਅਤੇ ਭਾਜਪਾ ਸੰਘ ਦੇ ਤਮਾਮ ਹੋਰ ਨੇਤਾ ਸਮੇਂ-ਸਮੇਂ 'ਤੇ ਕਹਿੰਦੇ ਰਹੇ ਹਨ ਕਿ ਹਿੰਦੂਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਹਨ। ਡੈਂਡੀ ਇਹ ਅੰਤਰ ਵਿਰੋਧ ਦੱਸਦਾ ਹੈ ਕਿ ਜਨਸੰਖਿਆ ਦਾ ਮੁੱਦਾ ਵੀ
RSS ਅਤੇ ਭਾਜਪਾ ਦੇ ਉਸ ਵਿਆਪਕ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਦੇ ਬਾਕੀ ਹਿੱਸੇ ਕਦੇ ਗਊ ਹੱਤਿਆ 'ਤੇ ਪਾਬੰਦੀ ਦੀ ਮੰਗ ਅਤੇ ਗਊ ਰੱਖਿਆ ਦੇ ਨਾਂ 'ਤੇ ਹਿੰਸਾ, ਕਦੇ ਧਰਮ ਪਰਿਵਰਤਨ ਅਤੇ ਕਦੇ ਕਥਿਤ ਲਵ ਜਿਹਾਦ ਦਾ ਰੌਲਾ, ਕਦੇ ਈਸਾਈ ਮਿਸ਼ਨਰੀਆਂ ਨੂੰ ਦੇਸ਼ ਨਿਕਾਲਾ ਦੇਸ਼ ਦੀ ਮੁਹਿੰਮ, ਕਦੇ ਗਿਰਜਾ ਘਰਾਂ, ਪਾਦਰੀਆਂ ਅਤੇ ਨੰਨਾਂ 'ਤੇ ਹਮਲੇ, ਕਦੇ ਧਾਰ ਦੀ ਭੁਜਾਸ਼ਾਲਾ ਹਿੰਦੂਆਂ ਦੇ ਸਪੁਰਦ ਕਰਨ ਦੀ ਮੰਗ, ਕਦੇ ਅਯੋਧਿਆ, ਮਥੁਰਾ ਅਤੇ ਕਾਸ਼ੀ, ਕਦੇ ਕਸ਼ਮੀਰ, ਕਦੇ ਸਮਾਨ ਨਾਗਰਿਕ ਕਾਨੂੰਨ ਅਤੇ ਕਦੇ ਸਕੂਲਾਂ 'ਚ ਵੰਦੇ ਮਾਤਰਮ ਅਤੇ ਸਰਸਵਤੀ ਵੰਦਨਾ ਦਾ ਗਾਇਨ ਜ਼ਰੂਰੀ ਕਰਨ ਦੀ ਮੰਗ ਅਤੇ ਕਦੇ ਸ਼ਹਿਰਾਂ 'ਤੇ ਜਨਤਕ ਥਾਵਾਂ ਦੇ ਨਾਂ ਬਦਲਣ ਦੇ ਮਜ਼ਾਕੀਆ ਉੱਦਮ ਦੇ ਰੂਪ 'ਚ ਸਾਹਮਣੇ ਆਉਂਦੇ ਹਨ। ਡੰਡੀ ਇਹਨਾਂ 'ਚ ਕੋਈ ਇੱਕ ਮੁਹਿੰਮ ਹਾਲਾਤ 'ਚ ਕਮਜ਼ੋਰ ਪੈ ਜਾਂਦੀ ਹੈ ਤਾਂ ਦੂਜੀ ਨੂੰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਸਹਿਕਾਰੀ ਸੰਘਵਾਦ ਦੀ ਗੱਲ ਕਰਦੇ ਹਨ। ਡੰਡੀ ਪਰ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜਾਂ ਦੇ ਨਾਲ ਕੇਂਦਰ ਦਾ ਟਕਰਾਅ ਬਹੁਤ ਵੱਧ ਗਿਆ ਹੈ ਅਤੇ ਸਹਿਕਾਰੀ ਸੰਘਵਾਦ ਤਾਂ ਦੂਰ ਦੀ ਗੱਲ ਹੈ, ਪਹਿਲਾਂ ਤੋਂ ਚੱਲ ਰਿਹਾ ਸੰਘਵਾਦ ਵੀ ਖਤਰੇ 'ਚ ਹੈ। ਡੰਡੀ ਇਸ ਲਈ ਜਦੋਂ ਉਹਨਾਂ ਦੀ ਸਰਕਾਰ ਨੇ ਸਹਿਕਾਰਤਾ ਮੰਤਰਾਲਾ ਬਣਾਉਣ ਦਾ ਐਲਾਨ ਕੀਤਾ ਅਤੇ ਅਮਿਤ ਸ਼ਾਹ ਨੂੰ ਇਸ ਮੰਤਰਾਲੇ ਨੂੰ ਚਲਾਉਣ ਲਈ ਚੁਣਿਆ ਗਿਆ ਤਾਂ ਇਹ ਸੰਕੇਤ ਮਿਲਣ ਲੱਗੇ ਕਿ ਟਕਰਾਅ ਵਧੇਗਾ। ਡੰਡੀ ਇਸ ਦੀ ਸ਼ੁਰੂਆਤ ਵੀ ਹੋ ਗਈ ਹੈ। ਡੰਡੀ ਖੱਬੇ ਪੱਖੀ ਪਾਰਟੀਆਂ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਇਸ ਮੰਤਰਾਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਹਿਕਾਰਤਾ ਰਾਜਾਂ ਦਾ ਮਾਮਲਾ ਹੈ ਅਤੇ ਉਸ 'ਚ ਕੇਂਦਰ ਨੂੰ ਦਖਲ ਨਹੀਂ ਦੇਣਾ ਚਾਹੀਦਾ। ਡੰਡੀ ਇਸ 'ਚ ਹੈਰਾਨੀ ਨਹੀਂ ਹੈ ਕਿ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਮਹਾਰਾਸ਼ਟਰ 'ਚ ਹੋ ਰਿਹਾ ਹੈ ਅਤੇ ਸਹਿਕਾਰਤਾ ਮੰਤਰਾਲਾ ਸੰਭਾਲਦਿਆਂ ਹੀ ਅਮਿਤ ਸ਼ਾਹ 3 ਦਿਨ ਦੇ ਗੁਜਰਾਤ ਦੌਰੇ 'ਤੇ ਚਲੇ ਗਏ। ਡੰਡੀ ਧਿਆਨ ਰਹੇ ਕਿ ਮਹਾਰਾਸ਼ਟਰ ਅਤੇ ਗੁਜਰਾਤ 'ਚ ਹੀ ਸਹਿਕਾਰਤਾ ਅੰਦੋਲਨ ਦਾ ਕੇਂਦਰ ਹੈ। ਡੰਡੀ ਖੁਦ ਅਮਿਤ ਸ਼ਾਹ ਸਹਿਕਾਰੀ ਸੰਗਠਨਾਂ ਨਾਲ ਜੁੜੇ ਰਹੇ ਹਨ। ਡੰਡੀ ਉਹ ਨੋਟਬੰਦੀ ਦੇ ਸਮੇਂ ਅਹਿਮਦਾਬਾਦ ਜ਼ਿਲ੍ਹਾ ਸਹਿਕਾਰਤਾ ਬੈਂਕ ਨਾਲ ਜੁੜੇ ਸਨ, ਜਿਸ ਬਾਰੇ ਨੋਟਬੰਦੀ ਤੋਂ ਬਾਅਦ ਖਬਰ ਆਈ ਸੀ ਕਿ ਉਸ 'ਚ ਸੈਂਕੜੇ ਕਰੋੜ ਰੁਪਏ ਨਕਦ ਜਮ੍ਹਾਂ ਕਰਵਾਏ ਗਏ ਸਨ। ਡੰਡੀ ਪਿਛਲੇ ਕੁਝ ਸਮੇਂ 'ਚ ਕੁਝ ਸਹਿਕਾਰੀ ਬੈਂਕਾਂ 'ਚ ਵੱਡੇ ਘੁਟਾਲੇ ਅਤੇ ਬੈਂਕਾਂ 'ਚ ਕੰਮਕਾਜ ਬੰਦ ਹੋਣ ਦੀਆਂ ਖਬਰਾਂ ਵੀ ਆਈਆਂ ਹਨ। ਡੰਡੀ ਮਹਾਰਾਸ਼ਟਰ 'ਚ ਕੇਂਦਰੀ ਏਜੰਸੀਆਂ ਸਹਿਕਾਰਤਾ ਤਹਿਤ ਚੱਲਣ ਵਾਲੀ ਚੀਨੀ ਮਿੱਲਾਂ ਦੀ ਸੰਪੱਤੀ ਜ਼ਬਤ ਕਰ ਰਹੀ ਹੈ। ਡੰਡੀ ਇਸ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਵੇਂ ਮੰਤਰਾਲੇ ਦਾ ਮਕਸਦ ਸ਼ਰਦ ਪਵਾਰ ਅਤੇ ਉਹਨਾਂ ਦੇ ਭਤੀਜੇ ਅਜੀਤ ਪਵਾਰ ਨੂੰ ਕਾਬੂ 'ਚ ਕਰਨਾ ਵੀ ਹੈ। ਡੰਡੀ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਫਤ ਬਿਜਲੀ ਨੂੰ ਸਭ ਤੋਂ ਵੱਡਾ ਚੁਣਾਵੀ ਮੁੱਦਾ ਬਣਾ ਦਿੱਤਾ ਹੈ। ਡੰਡੀ ਉਹਨਾਂ ਨੇ ਦਿੱਲੀ 'ਚ ਹਰ ਮਹੀਨੇ 200 ਯੂਨਿਟਾਂ ਬਿਜਲੀ ਅਤੇ 21,000 ਲੀਟਰ ਪਾਣੀ ਮੁਫਤ ਦਿੱਤਾ ਹੋਇਆ ਹੈ। ਡੰਡੀ ਪਰ ਇਸ 'ਚ 1 ਯੂਨਿਟ ਵੱਧ ਵਰਤਣ ਵਾਲਿਆਂ ਨੂੰ ਪੂਰਾ ਪੈਸਾ ਵਸੂਲ ਲਿਆ ਜਾਂਦਾ ਹੈ। ਡੰਡੀ ਫਿਰ ਵੀ ਕੁਝ ਲੋਕਾਂ ਨੂੰ ਇਸ ਦਾ ਫਾਇਦਾ ਮਿਲਦਾ ਹੈ। ਡੰਡੀ ਹੁਣ ਉਹਨਾਂ ਨੇ ਇਸੇ ਹਰ ਚੁਣਾਵੀ ਰਾਜ ਦਾ ਮੁੱਖ ਮੁੱਦਾ ਬਣਾ ਦਿੱਤਾ ਹੈ। ਡੰਡੀ ਉਹਨਾਂ ਦੀ ਦੇਖੀ
ਦੂਜੀਆਂ ਪਾਰਟੀਆਂ ਨੇ ਵੀ ਇਸ ਨੂੰ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਡੰਡੀ ਕੇਜਰੀਵਾਲ ਨੇ ਪੰਜਾਬ 'ਚ ਜਾ ਕੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਏਗੀ। ਡੰਡੀ ਉਸ ਤੋਂ ਬਾਅਦ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਇਹ ਮੰਗ ਕਰ ਬੈਠੇ ਹਨ ਕਿ ਕਾਂਗਰਸ ਵੀ ਮੁਫਤ ਬਿਜਲੀ ਦੇਣ ਦਾ ਐਲਾਨ ਕਰੇ। ਡੰਡੀ ਇਸ ਵਿਚਾਲੇ ਕੇਜਰੀਵਾਲ ਨੇ ਉੱਤਰਾਖੰਡ 'ਚ ਵੀ ਇਹ ਐਲਾਨ ਕਰ ਦਿੱਤਾ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ 300 ਯੂਨਿਟ ਬਿਜਲੀ ਮੁਫਤ 'ਚ ਦਿੱਤੀ ਜਾਵੇਗੀ। ਡੰਡੀ ਇਸ ਤੋਂ ਪਹਿਲਾਂ ਕਿ ਕੇਜਰੀਵਾਲ ਉੱਤਰ ਪ੍ਰਦੇਸ਼ ਜਾ ਕੇ ਮੁਫਤ ਬਿਜਲੀ ਦੀ ਘੋਸ਼ਣਾ ਕਰਦੇ, ਉਸ ਤੋਂ ਪਹਿਲਾਂ ਹੀ ਸਮਾਜਵਾਦੀ ਪਾਰਟੀ ਨੇ ਸਰਕਾਰ ਬਣਨ 'ਤੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕਰ ਦਿੱਤਾ। ਡੰਡੀ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਰਾਜ ਦੀ ਮੁੱਖ ਵਿਰੋਧੀ ਸਮਾਜਵਾਦੀ ਪਾਰਟੀ ਨੇ ਪੂਰੇ ਸੂਬੇ 'ਚ ਪੋਸਟਰ ਲਗਾਏ ਹਨ ਜਿਨ੍ਹਾਂ 'ਤੇ ਲਿਖਿਆ ਹੈ ਕਿ ਸਰਕਾਰ ਬਣੀ ਤਾਂ ਪਹਿਲੀ ਕੈਬਨਿਟ 'ਚ ਸੂਬੇ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਅਤੇ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਫੈਸਲਾ ਹੋਵੇਗਾ। ਡੰਡੀ ਮੇਰੀ ਉਮਰ 88 ਸਾਲ ਹੈ। ਡੰਡੀ ਮੈਂ 1953 ਤੋਂ ਦਿੱਲੀ ਅਤੇ ਚੰਡੀਗੜ੍ਹ ਰਹਿ ਰਿਹਾ ਹਾਂ। ਡੰਡੀ ਸ਼੍ਰੀ ਧਰਮਪਾਲ ਦੇ ਚੰਡੀਗੜ੍ਹ ਦਾ ਨਵਾਂ ਪ੍ਰਸ਼ਾਸਕ ਥਾਪੇ ਜਾਣ ਨੇ ਮੈਨੂੰ ਆਪਣੇ ਬਚਪਨ ਵਾਲਾ ਬੰਗਾ ਚੇਤੇ ਕਰਵਾ ਦਿੱਤਾ ਹੈ। ਡੰਡੀ ਖਾਸ ਕਰਕੇ ਉੱਥੋਂ ਦਾ ਰੇਲਵੇ ਸਟੇਸ਼ਨ। ਡੰਡੀ ਧਰਮਪਾਲ ਦਾ ਜੱਦੀ ਪਿੰਡ ਖਮਾਚੋ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਪੁਸ਼ਤੀ ਪਿੰਡ ਖਟਕਟ ਕਲਾਂ ਦੇ ਨੇੜੇ। ਡੰਡੀ ਖਮਾਚੋ ਬੰਗਾ ਤੋਂ ਗੜ੍ਹਸ਼ੰਕਰ ਜਾਣ ਵਾਲੀ ਸੜਕ ਉੱਤੇ ਉਨੀ ਹੀ ਦੂਰੀ ਉੱਤੇ ਹੈ ਜਿੰਨਾ ਬੰਗਾ ਨਵਾਂ ਸ਼ਹਿਰ ਸੜਕ ਉੱਤੋਂ ਖਟਕਟ ਕਲਾਂ ਤੋਂ ਦੂਰ ਹੈ। ਡੰਡੀ ਕੋਈ 4 ਕਿਲੋਮੀਟਰ। ਡੰਡੀ ਧਰਮਪਾਲ ਦੀ ਪ੍ਰਾਇਮਰੀ ਵਿੱਦਿਆ ਖਮਾਂਚੋਂ ਦੀ ਹੈ। ਉਚੇਰੀ ਪੜ੍ਹਾਈ ਬੰਗਾ ਅਤੇ ਇੰਜੀਨੀਅਰਿੰਗ ਵਿੱਦਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ। ਡੰਡੀ ਮੇਰਾ ਜੱਦੀ ਪਿੰਡ ਸੋਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਹਿਲਪੁਰ ਥਾਣੇ ਵਿੱਚ ਪੈਂਦਾ ਹੈ ਪਰ ਸਾਨੂੰ ਰੇਲਵੇ ਸਟੇਸ਼ਨ ਬੰਗਾ ਦਾ ਲੱਗਦਾ ਹੈ। ਡੰਡੀ ਬੰਗਾ ਹੁਣ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਤਹਿਸੀਲ ਹੈ। ਡੰਡੀ ਮੇਰਾ ਬੰਗਾ ਨਾਲੋਂ ਨਾਤਾ ਟੁੱਟਿਆ 7 ਦਹਾਕੇ ਹੋਣ ਵਾਲੇ ਹਨ। ਡੰਡੀ ਮੈਨੂੰ ਆਪਣੇ ਬਚਪਨ ਦੇ ਬੰਗਾ ਸਟੇਸ਼ਨ ਦੀਆਂ 2 ਗੱਲਾਂ ਕੱਲ੍ਹ ਵਾਂਗ ਚੇਤੇ ਹਨ। ਡੰਡੀ ਪਹਿਲੀ ਇੱਕ ਪਲੇਟਫਾਰਮ ਉੱਤੇ ਰੱਖੇ ਪੀਣ ਵਾਲੇ ਪਾਣੀ ਦੇ ਘੜਿਆਂ ਉੱਤੇ ਮੋਟੇ ਅੱਖਰਾਂ ਵਿੱਚ ਹਿੰਦੂ ਪਾਣੀ ਤੇ ਮੁਸਲਮਾਨ ਪਾਣੀ ਲਿਖਿਆ ਹੁੰਦਾ ਸੀ। ਡੰਡੀ ਅਖਬਾਰਾਂ ਵੇਚਣ ਵਾਲੇ ਦਾ ਹੋਕਾ ਵੀ ਚੇਤੇ ਹੈ। ਮਿਲਾਪ ਪ੍ਰਤਾਪ ਪ੍ਰਭਾਤ ਅਜੀਤ ਅਖਬਾਰ ਇਹ। ਡੰਡੀ ਇਹ ਗੱਲ ਮੈਨੂੰ ਬਾਅਦ ਵਿੱਚ ਪਤਾ ਲੱਗੀ ਕਿ ਅਜੀਤ ਸਮਾਚਾਰ ਸਮੂਹ ਦੇ ਬਾਨੀ ਸਾਧੂ ਸਿੰਘ ਹਮਦਰਦ ਦਾ ਪਿੰਡ ਮੱਠ ਵਾਲੀ ਪੱਦੀ ਵੀ ਬੰਗਾ ਤੋਂ ਖਟਕਟ ਕਲਾਂ ਜਿੰਨੀ ਹੀ ਦੂਰੀ ਉੱਤੇ ਸੀ। ਮੇਰੇ ਪਿੰਡ ਸੋਨੀ ਦੇ ਰਾਹ ਵਿੱਚ ਕਜਲਾ ਤੇ ਪਠਵਾਲਾ ਨਾਂ ਦੇ ਪਿੰਡਾਂ ਵਿਚਕਾਰ। ਡੰਡੀ ਜ਼ਿਲ੍ਹਾ ਹੁਸ਼ਿਆਰਪੁਰ ਤੇ ਜਲੰਧਰ ਦੇ ਬਾਰਡਰ ਉੱਤੇ। ਡੰਡੀ ਮੈਂ ਅੱਜ ਕੱਲ੍ਹ ਆਪਣੇ ਪਹਾੜੀ ਟਿਕਾਣੇ ਉੱਤੇ ਹਾਂ। ਡੰਡੀ ਕਸਬਾ ਧਰਮਪੁਰ ਦੀ ਬੁੱਕਲ ਤੇ ਕਸੌਲੀ ਦੇ ਪੈਰਾਂ ਵਿੱਚ। ਡੰਡੀ ਇੱਥੇ ਨਿੱਕੀਆਂ ਖਬਰਾਂ ਘੱਟ ਪਹੁੰਚਦੀਆਂ ਹਨ। ਡੰਡੀ ਉਹ ਵੀ ਸਮਾਂ ਪਾ ਕੇ। ਡੰਡੀ ਪਿਛਲੇ ਦਿਨਾਂ ਵਿੱਚ ਚੰਡੀਗੜ੍ਹ ਦੇ 36 ਸੈਕਟਰ ਦੇ SHO ਰਾਮਦਿਆਲ ਸਿੰਘ ਦੀ ਡਿਊਟੀ ਚੰਡੀਗੜ੍ਹ ਵਿਜੀਲੈਂਸ ਬਿਊਰੋ ਵਿੱਚ ਲੱਗਣ ਦੀ ਖਬਰ ਮਿਲੀ ਤਾਂ ਚੰਗਾ ਲੱਗਿਆ। ਡੰਡੀ ਰਾਜ ਦਿਆਲ ਜਰਮਨੀ ਦੇ
ਫਰੈਂਕਫਰਟ ਸ਼ਹਿਰ ਵਿੱਚ UNO ਦੀ ਨੌਕਰੀ ਕਰ ਚੁੱਕਿਆ ਹੈ ਤੇ ਅੱਜ ਕੱਲ੍ਹ ਉਸ ਦੀ ਦੇਖ ਰੇਖ ਥੱਲੇ ਇੱਕ ਅਵੇਅਰਨੈਸ ਮਿਸ਼ਨ ਨਾਂ ਦੀ ਗੈਰ ਸਰਕਾਰੀ ਸੰਸਥਾ ਪੰਜਾਬ ਵਿੱਚ ਸਮਾਜਿਕ ਜਾਗਰਤੀ ਪੈਦਾ ਕਰਨ ਦਾ ਕੰਮ ਕਰ ਰਹੀ ਹੈ। ਡੰਡੀ ਉਹ ਖੁਦ ਮੋਗੇਵਾਲ ਪਿੰਡ ਦਾ ਜੰਪਲ ਹੈ। ਡੰਡੀ ਮਹਿਲਪੁਰ ਨੇੜੇ ਦਾ ਡੰਡੀ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਦੇ ਦਿਨਾਂ ਵਿੱਚ ਖਟਕਟ ਕਲਾਂ ਵਿੱਚ ਜਾਗਰਤੀ ਸਮਾਗਮ ਰਚਾਉਣਾ ਉਸ ਦਾ ਨਿਯਮ ਹੈ। ਡੰਡੀ ਉਹਦੇ ਨਾਲ ਮੇਰੀ ਪਹਿਲੀ ਮੁਲਾਕਾਤ ਖਟਕਟ ਕਲਾਂ ਦੇ ਇੱਕ ਸਮਾਗਮ ਵਿੱਚ ਹੋਈ ਸੀ। ਡੰਡੀ ਫਰੈਂਕਫਰਟ ਵਿੱਚ UNO ਦੀ ਨੌਕਰੀ ਕਰਦਿਆਂ ਉਸ ਦੀ ਆਪਣੀ ਅਣਗਹਿਲੀ ਕਾਰਨ ਇੱਕ ਦੁਰਘਟਨਾ ਵਿੱਚ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ। ਡੰਡੀ ਪਰ ਉਸਨੇ ਹੌਸਲਾ ਨਹੀਂ ਸੀ ਹਾਰਿਆ ਤੇ ਤੰਦਰੁਸਤ ਹੋਣ ਪਿੱਛੋਂ ਨੌਕਰੀ ਤੇ ਸਮਾਜ ਸੇਵਾ ਦਾ ਕੰਮ ਨਿਰੰਤਰ ਕਰ ਰਿਹਾ ਹੈ। ਡੰਡੀ ਆਪਣੇ ਅਜੀਜ਼ ਰਾਮ ਦਿਆਲ ਦੀ ਵਿਜੀਲੈਂਸ ਬਿਊਰੋ ਵਿੱਚ ਤੈਨਾਤੀ ਦਾ ਸਵਾਗਤ ਹੈ। ਡੰਡੀ ਇਹ ਫੈਸਲਾ ਲੈਣ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਨਵੇਂ ਸਲਾਹਕਾਰ ਧਰਮਪਾਲ ਦਾ ਹੱਥ ਹੈ ਜਿਸ ਦਾ ਪਿਛੋਕੜ ਬੰਗਿਆਂ ਦਾ ਹੈ। ਡੰਡੀ ਕਸਬਾ ਬੰਗਾ ਬੱਲੇ ਬੱਲੇ। ਡੰਡੀ ਪੰਜਾਬ ਦੀ ਕਿਸਾਨੀ ਤੇ ਅਖਾਣ ਅਜੋਕੇ ਪ੍ਰਿੰਟ ਤੇ ਬਿਜਲਈ ਮੀਡੀਆ ਤੋਂ ਪਹਿਲਾਂ ਵੀ ਪੁਰਾਣੀ ਪੀੜ੍ਹੀ ਦੇ ਅਨੁਭਵ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੇ ਆਏ ਹਨ। ਡੰਡੀ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਖੇਤੀ ਦੇ ਧੰਦੇ ਨਾਲ ਜੁੜੀਆਂ ਹੋਈਆਂ ਹਨ। ਡੰਡੀ ਜੱਟ ਦਾ ਪੁੱਤ ਮਿੱਟੀ ਨਾਲ ਮਿੱਟੀ ਹੁੰਦਾ ਤੇ ਫਸਲਾਂ ਬੀਜਦਾ ਵੱਢਦਾ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਵੀ ਹੁੰਦਾ ਆਇਆ ਹੈ ਤੇ ਸਰਕਾਰੀ ਫਰਮਾਨਾਂ ਦਾ ਵੀ। ਡੰਡੀ ਦਿੱਲੀ ਦੇ ਬਾਰਡਰ ਉੱਤੇ ਲੱਗੇ ਸੰਯੁਕਤ ਕਿਸਾਨ ਮੋਰਚੇ ਵਾਂਗ ਡੰਡੀ ਖੇਤੀ ਤੇ ਕਿਸਾਨੀ ਦੀ ਗਾਥਾ ਪੁਸਤ ਦਰ ਪੁਸਤ ਸੰਭਾਲਣ ਲਈ ਪੰਜਾਬ ਦੇ ਵਸਨੀਕਾਂ ਨੇ ਬੜੇ ਅਖਾਣ ਘੜੇ ਹਨ। ਡੰਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਨ ਸੰਚਾਰ ਕੇਂਦਰ ਨੇ ਅਜਿਹੇ ਅਖਾਣਾਂ ਦਾ ਸੰਕਲਨ ਕਰਕੇ ਪੰਜਾਬ ਦੀ ਕਿਸਾਨੀ ਬਾਰੇ ਪੰਜਾਬੀ ਅਖਾਣ ਨਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਦਰਜ ਅਖਾਣ ਪੰਜਾਬੀ ਦੀ ਖੇਤੀ ਪਸ਼ੂ ਪਾਲਣ ਤੇ ਕਿਸਾਨੀ ਦੇ ਜੀਵਨ ਦਾ ਅਸਲੀ ਦਰਪਣ ਹਨ। ਡੰਡੀ ਸੰਕਲਨ ਤੇ ਸੰਪਾਦਨ ਕਰਨ ਵਾਲੀ ਜਗਦੀਸ਼ ਕੌਰ ਨੇ ਇਹਨਾਂ ਅਖਾਣਾਂ ਨੂੰ ਗੁਰਮੁਖੀ ਲਿਪੀ ਦੇ 35 ਅੱਖਰਾਂ ਅਨੁਸਾਰ ਵੰਡਿਆ ਹੈ। ਡੰਡੀ ਇੱਥੇ ਨਮੂਨੇ ਵਜੋਂ ਕੇਵਲ ਊੜਾ ਅੱਖਰ ਵਾਲੇ ਉਹ ਅਖਾਣ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਅਰਥ ਇੰਨਾ ਸਰਲ ਤੇ ਸਪਸ਼ਟ ਹਨ ਕਿ ਵਿਆਖਿਆ ਨਹੀਂ ਮੰਗਦੇ। ਡੰਡੀ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਭੀਖ ਨਿਦਾਰ ਉਦਮ ਅੱਗੇ ਲక్ష్ਮੀ ਅੱਗੇ ਪੱਖੇ ਅੱਗੇ ਪਾਉਣ ਊਠਾਂ ਵਾਲਿਆਂ ਨਾਲ ਦੋਸਤੀ ਤੇ ਦਰਵਾਜ਼ੇ ਨੀਵੇਂ ਊਠਾਂ ਵਾਲੇ ਸਦਾ ਦਿਵਾਲੀਏ ਮਹੀਆਂ ਵਾਲੇ ਅੱਧੇ ਭੇਡਾਂ ਵਾਲੇ ਮੌਜ ਕਰਦੇ ਗਏ ਰੁਪਈਆ ਲੱਦੇ ਓਏ ਜੱਟ ਦੀ ਜੂਨ ਬੁਰੀ ਹੱਲ ਵੱਢ ਕੇ ਚਰੀ ਨੂੰ ਜਾਵੇ ਮਿੱਟੀ ਨਾਲ ਮਿੱਟੀ ਹੋਣ ਵਾਲੀ ਕਿਸਾਨੀ ਤੇ ਖੇਤੀ ਦੇ ਉੱਤਮ ਧੰਦੇ ਨੂੰ ਮਧੋਲਣ ਵਿੱਚ ਮਾੜੀਆਂ ਸਰਕਾਰਾਂ ਕੀ ਕੁਝ ਕਰਦੀਆਂ ਹਨ। ਪੁਸਤਕ ਵਿੱਚ ਦਰਜ ਅਖਾਣ ਇਸ ਰੁਚੀ ਉੱਤੋਂ ਵੀ ਪਰਦਾ ਚੁੱਕਦੇ ਹਨ। ਡੰਡੀ ਪੁਸਤਕ ਸਾਂਭ ਕੇ ਰੱਖਣ ਵਾਲੀ ਹੈ। ਡੰਡੀ ਪੰਜਾਬੀ ਖਬਰ ਚੈਨਲ ਚੰਗੀ ਕੋਸ਼ਿਸ਼ ਕਰ ਰਹੇ ਹਨ। ਡੰਡੀ ਕਰੋਨਾ ਸੰਕਟ ਹੋਵੇ ਕਿਸਾਨ ਸੰਘਰਸ਼ ਹੋਵੇ ਜਾਂ ਪੰਜਾਬ ਦੇ
ਪੱਖ ਦੇ ਮਸਲੇ ਹੁਣ ਰੋਜ਼ਾਨਾ ਇਹਨਾਂ ਦੇ ਜੁਦਾ ਪਹਿਲੂਆਂ ਸੰਬੰਧੀ ਵਿਚਾਰ ਚਰਚਾ ਪੇਸ਼ ਕੀਤੀ ਜਾਂਦੀ ਹੈ। ਡੰਡੀ ਮੁਲਾਕਾਤ ਆਧਾਰਿਤ ਪ੍ਰੋਗਰਾਮਾਂ ਵਿੱਚ ਵੀ ਪੰਜਾਬ ਦੇ ਸਮਾਜਿਕ ਸਿਆਸੀ ਮਸਲਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਡੰਡੀ ਪਰੰਤੂ ਉਦੋਂ ਅਜਿਹੇ ਪ੍ਰਸਾਰਨਾਂ ਦੀ ਭਰੋਸੇਯੋਗਤਾ ਘਟ ਜਾਂਦੀ ਹੈ ਜਦ ਕਿਸੇ ਪਾਰਟੀ ਵਿਸ਼ੇਸ਼ ਦੇ ਹਿੱਤਾਂ ਦੀ ਪੂਰਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਡੰਡੀ ਦਿੱਲੀ ਵਿਖੇ ਜਦ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਤਾਂ ਪਲ ਪਲ ਦੀ ਤਾਜ਼ਾ ਜਾਣਕਾਰੀ ਲਈ ਪੰਜਾਬੀ ਦਰਸ਼ਕ ਪੰਜਾਬੀ ਚੈਨਲ ਹੀ ਲਗਾਉਂਦੇ ਸਨ ਕਿਉਂਕਿ ਕੌਮੀ ਚੈਨਲ ਸੰਤੁਲਿਤ ਕਵਰੇਜ ਨਹੀਂ ਦੇ ਰਹੇ ਸਨ। ਡੰਡੀ ਪੰਜਾਬੀ ਚੈਨਲਾਂ ਦੇ ਸਮਾਚਾਰ ਸੰਪਾਦਕਾਂ ਨਿਊਜ਼ ਐਂਕਰਾਂ ਅਤੇ ਰਿਪੋਰਟਰਾਂ ਨੇ ਸਖਤ ਮਿਹਨਤ ਕੀਤੀ। ਡੰਡੀ ਕਰੋਨਾ ਸੰਕਟ ਲੰਮਾ ਖਿੱਚਦਾ ਜਾ ਰਿਹਾ ਹੈ ਪਰੰਤੂ ਪੰਜਾਬੀ ਚੈਨਲਾਂ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ। ਡੰਡੀ ਪੰਜਾਬ ਭਾਰਤ ਅਤੇ ਸਮੁੱਚੇ ਸੰਸਾਰ ਦੀ ਤਾਜ਼ਾ ਜਾਣਕਾਰੀ ਮੁਹੱਈਆ ਕਰਨ ਵਿੱਚ ਪੰਜਾਬੀ ਖਬਰ ਚੈਨਲ ਕੌਮੀ ਚੈਨਲਾਂ ਤੋਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਰਹੇ। ਡੰਡੀ ਪਰੰਤੂ ਪੇਸ਼ਕਾਰੀ ਅਤੇ ਮਿਆਰ ਪੱਖੋਂ ਕਈ ਵਾਰ ਕੁਝ ਪੰਜਾਬੀ ਚੈਨਲਾਂ ਦੇ ਐਂਕਰ ਅਤੇ ਰਿਪੋਰਟਰ ਪਛੜ ਜਾਂਦੇ ਹਨ। ਡੰਡੀ ਉਦਾਹਰਨ ਵਜੋਂ ਇੱਕ ਪੰਜਾਬੀ ਖਬਰ ਚੈਨਲ ਦੇ ਐਂਕਰ ਨੇ ਦਿੱਲੀ ਤੋਂ ਲਗਾਤਾਰ ਕਿਸਾਨ ਸੰਘਰਸ਼ ਦੀ ਕਵਰੇਜ ਮੂੰਹ 'ਤੇ ਰੁਮਾਲ ਬੰਨ੍ਹ ਕੇ ਕੀਤੀ। ਡੰਡੀ ਕਲੋਜ਼ ਅਪ ਵਾਲੇ ਮੂੰਹ 'ਤੇ ਬੰਨਿਆ ਰੁਮਾਲ ਭੱਦਾ ਲੱਗਦਾ ਸੀ। ਡੰਡੀ ਇਹੀ ਨਹੀਂ ਦਰਸ਼ਕਾਂ ਨੂੰ ਗਲਤ ਸੁਨੇਹਾ ਵੀ ਜਾਂਦਾ ਸੀ ਕਿਉਂਕਿ ਡਾਕਟਰਾਂ ਸਿਹਤ ਵਿਗਿਆਨੀਆਂ ਅਤੇ ਵਿਸ਼ਵ ਸੰਗੀਤ ਸਿਹਤ ਸੰਗਠਨ ਨੇ ਬਹੁਤ ਪਹਿਲਾਂ ਸਪਸ਼ਟ ਕਰ ਦਿੱਤਾ ਸੀ ਕਿ ਸਹੀ ਮਾਪਦੰਡਾਂ ਅਨੁਸਾਰ ਬਣਿਆ ਮਾਸਕ ਹੀ ਕਰੋਨਾ ਵਾਇਰਸ ਤੋਂ ਬਚਾਅ ਕਰ ਸਕਦਾ ਹੈ। ਡੰਡੀ ਆਮ ਕੱਪੜਾ ਜਾਂ ਰੁਮਾਲ ਉਸ ਦੀ ਥਾਂ ਨਹੀਂ ਲੈ ਸਕਦਾ। ਡੰਡੀ ਜਦ ਮੈਂ ਇਸ ਸਿਲਸਿਲੇ ਵਿੱਚ ਚੈਨਲ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਹੁਣੇ ਰਿਪੋਰਟਰ ਨਾਲ ਗੱਲ ਕਰਦੇ ਹਾਂ। ਡੰਡੀ ਪਰ ਉਹ ਰਿਪੋਰਟਰ ਉਸੇ ਤਰ੍ਹਾਂ ਮਹੀਨਿਆਂ ਤੱਕ ਮਾਸਕ ਦੀ ਬਜਾਏ ਰੁਮਾਲ ਬੰਨ੍ਹ ਕੇ ਰਿਪੋਰਟਿੰਗ ਕਰਦਾ ਰਿਹਾ। ਡੰਡੀ ਪ੍ਰਾਈਮ ਟਾਈਮ 'ਤੇ ਹੋਣ ਵਾਲੀ ਵਿਚਾਰ ਚਰਚਾ ਵਿੱਚ ਖਬਰ ਚੈਨਲਾਂ ਦਾ ਉਤਸ਼ਾਹ ਸ਼ਲਾਘਾਯੋਗ ਹੁੰਦਾ ਹੈ। ਡੰਡੀ ਚਰਚਾ ਲਈ ਵਿਸ਼ੇ ਦੀ ਚੋਣ ਦੀ ਵੀ ਅਕਸਰ ਸਹੀ ਹੁੰਦੀ ਹੈ। ਡੰਡੀ ਪਰੰਤੂ ਮਾਹੌਲ ਅਤੇ ਮਿਆਰ ਚਰਚਾ ਵਾਲਾ ਨਹੀਂ ਹੁੰਦਾ। ਡੰਡੀ ਅਕਸਰ ਉਹੀ ਲੋਕ ਵਾਰ-ਵਾਰ ਪੈਨਲ ਵਿੱਚ ਮੌਜੂਦ ਹੁੰਦੇ ਹਨ। ਡੰਡੀ ਕੋਈ ਵੀ ਦੂਸਰੇ ਨੂੰ ਸੁਣਨ ਲਈ ਤਿਆਰ ਨਹੀਂ ਹੁੰਦਾ। ਡੰਡੀ ਅਸਲ ਮੁੱਦਾ ਰੌਲੇ ਰੱਪੇ ਵਿੱਚ ਗਵਾਚ ਜਾਂਦਾ ਹੈ। ਡੰਡੀ ਇਸ ਤੋਂ ਬਚਣ ਦੀ ਲੋੜ ਹੈ। ਡੰਡੀ ਮੈਂ ਜਦ ਵੀ ਪੰਜਾਬੀ ਚੈਨਲ ਦੇਖਦਾ ਹਾਂ ਉਦੋਂ ਕਿਹੜੇ ਚੈਨਲ 'ਤੇ ਕਿੰਨਾ ਸਮਾਂ ਰੁਕਦਾ ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਚਰਚਾ ਲਈ ਕਿਹੜੇ ਵਿਸ਼ੇ ਮਸਲੇ ਦੀ ਚੋਣ ਕੀਤੀ ਗਈ ਹੈ। ਡੰਡੀ ਐਂਕਰ ਕੌਣ ਹੈ ਅਤੇ ਪੈਨਲ ਵਿੱਚ ਸ਼ਾਮਿਲ ਮਾਹਿਰ ਕਿਸ ਮਿਆਰ ਦੇ ਹਨ। ਡੰਡੀ ਜੇ ਪੈਨਲ ਵਿੱਚ ਬਹੁਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧ ਬੈਠੇ ਹੋਣ ਤਾਂ ਮੈਂ 1-2 ਮਿੰਟਾਂ ਵਿੱਚ ਸਾਰੇ ਚੈਨਲਾਂ 'ਤੇ ਉੱਡਦੀ ਝਾਤ ਮਾਰ ਕੇ ਅਗਾਂਹ ਨਿਕਲ ਜਾਂਦਾ ਹਾਂ। ਡੰਡੀ ਇਸ ਦਾ ਅਰਥ ਇਹ ਹੋਇਆ ਕਿ ਪੰਜਾਬੀ ਖਬਰ ਚੈਨਲਾਂ ਨੂੰ ਚਰਚਾ ਲਈ ਵਿਸ਼ੇ ਦੀ ਚੋਣ ਐਂਕਰ ਅਤੇ ਪੈਨਲ ਦੀ ਚੋਣ ਬੜੀ ਸਮਝਦਾਰੀ ਅਤੇ ਸੋਚ ਵਿਚਾਰ ਕੇ ਕਰਨੀ ਚਾਹੀਦੀ ਹੈ। ਡੰਡੀ ਮੁਲਾਕਾਤ ਆਧਾਰਿਤ ਪ੍ਰੋਗਰਾਮਾਂ ਵਿੱਚ ਵੀ ਐਂਕਰ ਅਤੇ ਸ਼ਖਸੀਅਤ ਦੀ ਚੋਣ ਅਨੁਸਾਰ ਹੀ ਦਿਲਚਸਪੀ ਬਣਦੀ ਹੈ। ਡੰਡੀ ਇਸੇ ਲਈ ਮੈਂ ਐਂਕਰ ਇਸ ਕਾਲਮ ਵਿੱਚ ਅਨੁਭਵੀ
ਐਂਕਰਾਂ ਦੇ ਮਹੱਤਵ ਸੰਬੰਧੀ ਜ਼ਿਕਰ ਕਰਦਾ ਰਹਿੰਦਾ ਹਾਂ। ਡੰਡੀ ਪੰਜਾਬੀ ਖਬਰ ਚੈਨਲਾਂ ਕੋਲ ਕੁਝ ਕੁ ਅਨੁਭਵੀ ਐਂਕਰ ਹਨ। ਡੰਡੀ ਕੁਝ ਅੰਦਰੂਨੀ ਮਾਹੌਲ ਅਤੇ ਸਿਆਸਤ ਤੋਂ ਪਰੇਸ਼ਾਨ ਹੋ ਕੇ ਖੇਤਰ ਬਦਲ ਗਏ ਹਨ। ਡੰਡੀ ਕੁਝ ਐਂਕਰੀ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਮਿਹਨਤ ਤੋਂ ਕੰਨੀ ਕਤਰਾਉਂਦੇ ਹਨ। ਡੰਡੀ ਹੋਮਵਰਕ ਨਹੀਂ ਕਰਦੇ। ਡੰਡੀ ਇੱਧਰਲੀਆਂ ਉੱਧਰਲੀਆਂ ਮਾਰ ਕੇ ਸਮਾਂ ਪੂਰਾ ਕਰਦੇ ਹਨ। ਡੰਡੀ ਬਹੁਤੇ ਨਵੇਂ ਹਨ। ਡੰਡੀ ਉਹਨਾਂ ਨੂੰ ਬਹੁ ਗਿਣਤੀ ਦਰਸ਼ਕ ਗੰਭੀਰਤਾ ਨਾਲ ਨਹੀਂ ਲੈਂਦੇ। ਡੰਡੀ ਇਸ ਸਭ ਦੇ ਬਾਵਜੂਦ ਕੋਸ਼ਿਸ਼ ਨਜ਼ਰ ਆ ਰਹੀ ਹੈ। ਡੰਡੀ ਕੋਸ਼ਿਸ਼ ਜਾਰੀ ਹੈ। ਡੰਡੀ ਅਸੀਂ ਇਸ ਕੋਸ਼ਿਸ਼ ਨੂੰ ਭਰਪੂਰ ਸਰਾਹਨਾ ਕਰਦੇ ਹਾਂ। ਡੰਡੀ ਲੋੜ ਸੰਤੁਲਿਤ ਪਹੁੰਚ ਅਪਣਾ ਕੇ ਚੱਲਣ ਦੀ ਹੈ। ਡੰਡੀ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਹੈ। ਡੰਡੀ ਕਈ ਵਾਰ ਅਜਿਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਧਿਕਾਰੀ ਜਾਂ ਐਂਕਰ ਦਾ ਨਜ਼ਰੀਆ ਸਹੀ ਹੁੰਦਾ ਹੈ। ਡੰਡੀ ਉਹ ਸੱਚੀ ਤੇ ਸੰਤੁਲਿਤ ਪੱਤਰਕਾਰੀ ਕਰਨੀ ਲੋਚਦਾ ਹੈ, ਪਰੰਤੂ ਚੈਨਲ ਦੀ ਨੀਤੀ, ਉਸ ਦੀ ਸੋਚ, ਉਸ ਦੀ ਸ਼ਖਸੀਅਤ ਲਈ ਰੁਕਾਵਟ ਬਣ ਜਾਂਦੀ ਹੈ। ਡੰਡੀ ਉਹ ਇੱਕ ਦਾਇਰੇ ਵਿੱਚ ਤਾਂ ਮਕਬੂਲ ਹੋ ਜਾਂਦਾ ਹੈ, ਪਰੰਤੂ ਸਰਬ ਸਾਂਝੀ ਮਾਨਤਾ ਨਹੀਂ ਮਿਲਦੀ। ਡੰਡੀ ਪੰਜਾਬੀ ਖਬਰ ਚੈਨਲਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੇਂ ਦੀ ਲੋੜ ਵੱਲ ਧਿਆਨ ਦਿਵਾਉਣਾ ਚਾਹਾਂਗਾ। ਡੰਡੀ ਸਮੇਂ ਦੀ ਲੋੜ ਹੈ ਕਿ ਸਿਆਸੀ ਤੇ ਵਪਾਰਕ ਹਿੱਤਾਂ ਤੋਂ ਉੱਪਰ ਉੱਠ ਕੇ ਸੰਤੁਲਿਤ ਪਹੁੰਚ ਅਪਣਾਉਂਦਿਆਂ ਪੰਜਾਬ ਦੇ ਬੁਨਿਆਦੀ ਮਸਲਿਆਂ ਅਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਬਾਤ ਸੱਚੇ ਮਨ ਨਾਲ ਪਾਈ ਜਾਵੇ। ਡੰਡੀ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਦੀ ਲਾਜ ਰੱਖੀ ਜਾਵੇ। ਡੰਡੀ ਅਜਿਹਾ ਕਰਕੇ ਹੀ ਕੋਈ ਚੈਨਲ, ਕੋਈ ਅਧਿਕਾਰੀ, ਕੋਈ ਐਂਕਰ ਦਰਸ਼ਕ ਮਨਾਂ 'ਤੇ ਰਾਜ ਕਰ ਸਕਦਾ ਹੈ। ਡੰਡੀ ਦੂਰਦਰਸ਼ਨ ਅਧਿਕਾਰੀ ਉਦੋਂ ਬੇਹੱਦ ਖੁਸ਼ ਹੋਏ ਜਦੋਂ ਸਕੂਲ ਸਿੱਖਿਆ ਪ੍ਰਸਾਰਣ ਸਦਕਾ ਚੋਖੀ ਆਮਦਨ ਹੋਣ ਲੱਗੀ ਅਤੇ ਸਾਰਾ ਦਿਨ ਪ੍ਰੋਗਰਾਮ ਪੇਸ਼ ਕਰਨ ਤੋਂ ਵੀ ਮੁਕਤੀ ਮਿਲ ਗਈ। ਡੰਡੀ ਨਾ ਹਿੰਗ ਲੱਗੇ ਨਾ ਫੜਕੜੀ, ਰੰਗ ਚੋਖਾ ਆਵੇ ਦਰਸ਼ਕਾਂ ਦਾ ਕੀ ਐਵੇਂ ਬੋਲਦੇ ਰਹਿੰਦੇ ਆ। ਡੰਡੀ।